ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡਾ ਉਮੀਦਵਾਰ ਸੀਰੀਜ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਅੱਜ ਅਸੀਂ ਆ ਪਹੁੰਚੇ ਹਾਂ ਟੋਰਾਂਟੋ ਦੀ ਇੱਕ ਅਹਿਮ ਰਾਈਡਿੰਗ ਈਟੋਬੀਕੋ ਨਾਰਥ ਦੇ ਵਿੱਚ। ਇਸ ਰਾਈਡਿੰਗ ਦੇ ਵਿੱਚ ਸਾਲ 1988 ਤੋਂ ਹੀ ਲਿਬਰਲਸ ਦਾ ਕਬਜ਼ਾ ਹੈ, ਪਰ ਹੁਣ ਕਿਹੜੇ ਨਵੇਂ ਚੋਣ ਵਾਅਦੇ ਲੈ ਕੇ ਕੰਜ਼ਰਵੇਟਿਵ ਉਮੀਦਵਾਰ ਪ੍ਰੀਤੀ ਲਾਂਬਾ ਚੋਣ ਮੈਦਾਨ ਦੇ ਵਿੱਚ ਉਤਰੇ ਹਨ, ਜਾਣਾਂਗੇ ਉਹਨਾਂ ਤੋਂ। ਸਤਿ ਸ਼੍ਰੀ ਅਕਾਲ ਪ੍ਰੀਤੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਪੰਜਾਬੀ ਤੇ। थैंक यू वेरी मच जसलीन जी, अपॉर्चुनिटी देने का पीटीसी चैनल देखने वालों ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਪ੍ਰੀਤੀ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਹੈਗੇ ਹਾਂ ਕਿ ਅਸੀਂ ਆਲਮੋਸਟ ਇਲੈਕਸ਼ਨ ਦੇ ਆਖਰੀ ਦਿਨਾਂ ਦੇ ਵਿੱਚ ਹੈਗੇ ਹਾਂ, ਚੋਣ ਮੁਹਿੰਮ ਦੇ ਆਖਰੀ ਦਿਨ ਚੱਲ ਰਹੇ ਹੈਗੇ ਨੇ, ਔਰ ਜੇ ਅਸੀਂ ਤੁਹਾਡੀ ਰਾਈਡਿੰਗ ਦੀ ਗੱਲ ਕਰੀਏ ਈਟੋਬੀਕੋ ਨਾਰਥ ਦੀ, ਇੱਕ ਬਹੁਤ ਇੰਪੋਰਟੈਂਟ ਰਾਈਡਿੰਗ ਹੈਗੀ ਹੈ ਟੋਰਾਂਟੋ ਦੀ, ਕਿਉਂਕਿ 1988 ਤੋਂ ਹੀ ਇਹ ਸੀਟ ਜਿਹੜੀ ਹੈ ਉਹ ਲਿਬਰਲਸ ਦੇ ਖਾਤੇ ਦੇ ਵਿੱਚ ਰਹੀ ਹੈ। ਸਿਰਫ ਇੱਕ ਟਰਮ ਦੇ ਵਿੱਚ ਕੰਜ਼ਰਵੇਟਿਵਸ ਦੇ ਕੋਲ ਆਈ ਸੀ, ਪਰ ਉਸ ਤੋਂ ਬਾਅਦ ਹੁਣ ਤੱਕ ਇਹ ਸੀਟ ਸਿਰਫ ਲਿਬਰਲਸ ਦੇ ਕੋਲ ਹੈਗੀ ਹੈ। ਸੋ ਤੁਹਾਡੇ ਲਈ ਇੱਕ ਚੈਲੰਜ ਹੈਗਾ ਹੈ ਇਸ ਰਾਈਡਿੰਗ ਨੂੰ ਕੰਜ਼ਰਵੇਟਿਵ ਪਾਰਟੀ ਨੂੰ ਦੇਣਾ। ਸੋ ਕਿਹੜੇ ਨਵੇਂ ਚੋਣ ਵਾਅਦੇ ਜਿਹੜੇ ਹੈਗੇ ਨੇ, ਕਿਹੜੇ ਨਵੇਂ ਪ੍ਰੋਮਿਸਿਸ, ਕਿਹੜੇ ਨਵੇਂ ਇਸ਼ੂਜ਼ ਦੇ ਉੱਤੇ ਤੁਹਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ? ਓਕੇ, ਬੜਾ ਅੱਛਾ ਕੁਐਸਚਨ ਤੁਸੀਂ ਜਸਲੀਨ ਜੀ ਕੀਤਾ ਹੈਗਾ ਕਿ ਇਹ ਰਾਈਡਿੰਗ ਬੜੀ ਦੇਰ ਤੋਂ ਲਿਬਰਲ ਦੀ ਰਾਈਡਿੰਗ ਹੈਗੀ ਹੈ। ਰਾਏ ਕਾਲਨ ਤੋਂ ਬਾਅਦ ਇੱਥੇ ਜਿਹੜੇ ਹੁਣ ਸਿਟਿੰਗ ਐਮਪੀ ਹੈ 10 ਸਾਲ ਤੋਂ ਹੈ। ਮੈਂ 2011 'ਚ ਵੀ ਫਾਈਟ ਕੀਤੀ ਸੀ, ਪਹਿਲੀ ਵਾਰੀ ਉਹ ਲੜੇ ਸੀਗੇ ਜਦੋਂ ਲਿਬਰਲ ਦੇ ਐਮਪੀ ਜਿੱਤੇ ਸੀਗੇ। ਮੈਂ ਬੜੇ ਥੋੜੇ ਮਾਰਜਨ 'ਚ ਹਾਰੀ ਸੀ, ਉਦੋਂ ਵੀ ਮੈਂ ਬੜੀ ਟਫ ਫਾਈਟ ਦਿੱਤੀ ਸੀਗੀ। ਸੋ ਉਦੋਂ ਮੇਰਾ ਲੱਕ ਨਹੀਂ ਸੀਗਾ, ਤੇ ਪਰ ਮੈਂ ਉਸ ਵਕਤ ਵੀ ਬੜੀ ਅੱਛੇ ਤਰੀਕੇ ਦੇ ਨਾਲ ਆਪਣੀ ਕੈਂਪੇਨ ਰਨ ਕੀਤੀ ਸੀਗੀ। ਤੇ ਚੈਲੰਜਸ, ਜਿਵੇਂ ਤੁਸੀਂ ਕਹਿੰਦੇ ਚੈਲੰਜ ਤਾਂ ਹਰ ਚੀਜ਼, ਜਦੋਂ ਵੀ ਤੁਸੀਂ ਕੋਈ ਨਵਾਂ ਕੰਮ ਕਰਦੇ ਉਹਦੇ 'ਚ ਚੈਲੰਜਸ ਆਉਂਦੀਆਂ, ਪਰ ਤੁਹਾਡੀ 'ਚ ਹਿੰਮਤ ਹੋਣੀ ਚਾਹੀਦੀ ਉਹਨੂੰ ਫੇਸ ਕਰਨ ਦੀ। ਤੇ ਜਦੋਂ ਮੈਂ 2011 'ਚ ਵੀ ਕੀਤਾ ਸੀ, ਹੁਣ ਦੁਬਾਰਾ ਮੈਂ ਫੇਰ ਉਸ ਚੀਜ਼ ਨੂੰ ਫੇਸ ਕਰਾਂਗੀ ਡੈਫੀਨੇਟਲੀ, ਔਰ ਟਫ ਫਾਈਟ ਹੈਗੀ ਹੈ, ਨੈਕ ਟੂ ਨੈਕ ਹੈਗੀ ਹੈ। ਪਰ ਮੈਨੂੰ ਜਿਸ ਤਰੀਕੇ ਦੇ ਨਾਲ ਰਾਈਡਿੰਗ ਦੇ ਵਿੱਚ ਡੋਰ ਨਾਕਿੰਗ ਕਰਨ ਜਾਂਦੇ ਆ, ਘੁੰਮਦੇ ਹੈਗੇ ਆ, ਸਾਰਿਆਂ ਤੋਂ ਜੋ ਮੈਨੂੰ ਸਪੋਰਟ ਮਿਲ ਰਹੀ ਹੈ, ਇਸ ਵਾਰ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਰਾਈਡਿੰਗ ਨੂੰ ਰਾਈਟ ਤੋਂ ਬਲੂ ਕਰ ਦੇਵਾਂਗੇ। ਜੀ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 2011 ਦੇ ਵਿੱਚ ਤੁਸੀਂ ਖੜੇ ਹੋਏ ਸੀਗੇ, ਪਰ ਕੁਝ ਮਾਰਜਨ ਦੇ ਨਾਲ ਤੁਸੀਂ ਨਹੀਂ ਸੀਟ ਲੈ ਸਕੇ, ਲੇਕਿਨ ਫਿਰ ਹੁਣ 2021 ਦੇ ਇਲੈਕਸ਼ਨ ਨੇ, ਸੋ ਇੰਨਾ ਗੈਪ ਕਿਉਂ? ਦੇਖੋ, 2011 ਦੇ ਵਿੱਚ ਇਲੈਕਸ਼ਨ ਆਈ ਸੀਗੀ, ਤੇ ਉਸ ਤੋਂ ਬਾਅਦ ਮੇਰੀ ਆਦਤ ਹੈਗੀ ਹੈ ਕਿ ਹਮੇਸ਼ਾ ਮੈਂ ਕਮਿਊਨਿਟੀ ਐਕਟਿਵਿਸਟ ਹੈਗੀ ਹਾਂ। ਅਤੇ ਮੈਂ ਜਦੋਂ ਥੋੜ੍ਹਾ ਜਿਹਾ ਇਲੈਕਸ਼ਨ ਤੋਂ ਬਾਅਦ ਮੈਂ ਦੂਸਰੇ ਹੋਰ ਆਰਗੇਨਾਈਜੇਸ਼ਨਾਂ ਦੇ ਵਿੱਚ ਬੜੇ ਸਾਲਾਂ ਤੋਂ ਲੱਗੀ ਹੋਈ ਹਾਂ। ਜਦੋਂ ਮੈਂ ਇਲੈਕਸ਼ਨ ਲਈ ਲੜੀ ਸੀਗੀ, ਉਹ ਥੋੜ੍ਹੇ ਜਿਹਾ ਮੈਂ ਇਗਨੋਰ ਹੋ ਗਈ ਸੀ ਉੱਧਰਲੇ ਪਾਸਿਓਂ। ਇਹ ਮੇਰਾ ਇੱਕ ਪੈਸ਼ਨ ਹੈਗਾ, ਆਈ ਐਮ ਵੈਰੀ ਪੈਸ਼ਨੇਟ ਟੂ ਡੂ ਹੈਲਪ ਫॉर ਦ ਕਮਿਊਨਿਟੀ। ਸੋ ਮੈਂ ਆਰਗੇਨਾਈਜੇਸ਼ਨਾਂ ਦੇ ਵਿੱਚ ਵਾਪਸ ਆਪਣੀ ਆਰਗੇਨਾਈਜੇਸ਼ਨ ਵਿੱਚ ਕੰਮ ਕਰਦੀ ਰਹੀ ਹਾਂ। ਅਤੇ ਇਸ ਕਰਕੇ ਮੈਂ ਇਹ ਸੋਚਿਆ ਸੀਗਾ ਕਿ ਵੀ ਹੁਣ ਮੈਂ ਅੱਗੇ ਇਲੈਕਸ਼ਨ ਦੇ ਵਿੱਚ ਨਹੀਂ ਲੜਾਂਗੀ, ਕਿਉਂਕਿ ਬੱਚੇ ਉਸ ਵਕਤ ਬੜੇ ਇਲੈਕਸ਼ਨ ਦੇ ਟਾਈਮ 'ਤੇ ਛੋਟੇ ਸੀ, ਫਿਰ ਸਕੂਲ 'ਚ ਜਾਣ ਲੱਗ ਗਏ, ਯੂਨੀਵਰਸਿਟੀਆਂ 'ਚ ਜਾਣ ਲੱਗੇ। ਤੁਹਾਨੂੰ ਪਤਾ ਹੈ ਬੜੀ ਰਿਸਪੋਂਸੀਬਿਲਿਟੀ ਹੁੰਦੀ ਹੈ ਬੱਚਿਆਂ ਦੀ। ਮੇਰੇ 2 ਟੀਨੇਜਰ ਹੈਗੇ। ਸੋ ਮੈਂ ਫਿਰ ਇਹ ਸੋਚਿਆ ਸੀ ਕਿ ਮੈਂ ਪੋਲੀਟਿਕਸ 'ਚ ਨਹੀਂ ਜਾਵਾਂਗੀ, ਪਰ ਇਲੈਕਸ਼ਨ ਨਹੀਂ ਲੜਾਂਗੀ, ਪਰ ਮੈਂ ਕਮਿਊਨਿਟੀ ਦਾ ਕੰਮ ਕਰਦੀ ਰਹਾਂਗੀ। ਔਰ ਜਿਹੜਾ ਮੈਂ ਕਰਦੀ ਵੀ ਰਹੀ ਹਾਂ, ਮੈਂ ਹਮੇਸ਼ਾ ਵਿਜ਼ੀਬਲ ਰਹੀ ਹਾਂ। ਇਹ ਨਹੀਂ ਹੈ ਕਿ ਵੀ ਮੈਂ ਇਲੈਕਸ਼ਨ ਦੇ ਟਾਈਮ 'ਤੇ ਹੀ ਸਿਰਫ ਇੱਥੇ ਆਈ ਹਾਂ ਲੜਨ ਲਈ। ਇਲੈਕਸ਼ਨ ਜਦੋਂ ਆ ਗਈ ਅਤੇ ਮੈਂ ਕਹਿੰਦਾ ਵੀ ਮੈਨੂੰ ਵੋਟਾਂ ਪਾਓ, ਮੈਂ ਐਮਪੀ ਲਈ ਖੜੀ ਹਾਂ। ਨਹੀਂ, ਮੈਂ ਆਉਣ ਵਾਲੇ 10 ਸਾਲਾਂ ਦੇ ਪਿੱਛੇ ਤੁਸੀਂ ਹਿਸਟਰੀ ਵੀ ਕਰਕੇ ਦੇਖ ਲਓ ਕਿ ਵੀ ਮੈਂ ਹਰ ਜਗ੍ਹਾ 'ਤੇ ਵਿਜ਼ੀਬਲ ਰਹੀ ਹਾਂ। ਪ੍ਰੀਤੀ ਜੀ, ਅਸੀਂ ਗੱਲ ਕਰਾਂਗੇ ਕੁਝ ਚੋਣ ਮੁੱਦਿਆਂ ਦੀ। ਜਦੋਂ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਹੋਈ ਸੀ, ਅਤੇ ਨਾਲ ਹੀ ਜਦੋਂ ਪੈਂਡੈਮਿਕ ਦੀ ਸ਼ੁਰੂਆਤ ਵੀ ਹੋਈ ਸੀ, ਕਈ ਮੁੱਦੇ ਐਕਸਪੋਜ਼ ਹੋਏ ਸੀਗੇ, ਕਈ ਮੁੱਦੇ ਨਿਕਲ ਕੇ ਸਾਹਮਣੇ ਆਏ। ਇਹ ਪੈਂਡੈਮਿਕ ਇਲੈਕਸ਼ਨ, ਅਸੀਂ ਜਾਣਦੇ ਹਾਂ ਅਸੀਂ ਪੈਂਡੈਮਿਕ ਇਲੈਕਸ਼ਨ ਦੇ ਵਿੱਚ ਹੈਗੇ ਹਾਂ। ਸੋ ਮੇਨਲੀ ਜਿਹੜੇ ਇਸ਼ੂ ਸੀਗੇ ਉਹ ਰਿਹਾ ਹੈਲਥ ਕੇਅਰ ਦਾ, ਅਫੋਰਡੇਬਲ ਹਾਊਸਿੰਗ ਦਾ, ਕਲਾਈਮੇਟ ਚੇਂਜ ਵੀ ਆਇਆ, ਗਨ ਕੰਟਰੋਲ ਵਾਇਲੈਂਸ, ਚਾਈਲਡ ਕੇਅਰ ਦਾ ਜਿਹੜਾ ਇਸ਼ੂ ਹੈਗਾ ਉਹ ਵੀ ਸਾਹਮਣੇ ਆਇਆ। ਅਸੀਂ ਗੱਲ ਕਰਾਂਗੇ ਹੈਲਥ ਕੇਅਰ ਦੀ। ਸੋ ਚੋਣਾਂ ਦੇ ਦਿਨਾਂ ਦੌਰਾਨ, ਚੋਣ ਮੁਹਿੰਮ ਦੇ ਦਿਨਾਂ ਦੌਰਾਨ ਸਾਹਮਣੇ ਆਇਆ ਕਿ ਜਿਹੜੇ ਕੰਜ਼ਰਵੇਟਿਵ ਲੀਡਰ ਹੈਗੇ ਨੇ ਐਰੀਨ ਓਟੂਲ, ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਗਵਰਨਮੈਂਟ ਬਣਦੀ ਹੈ ਤੇ ਉਹ ਇਸ ਬਾਰੇ ਵਿਚਾਰ ਕਰਨਗੇ ਕਿ ਹੈਲਥ ਕੇਅਰ ਦੇ ਕੁਝ ਚੀਜ਼ਾਂ ਨੂੰ ਜੋ ਹੈ ਪ੍ਰਾਈਵੇਟ ਕੀਤਾ ਜਾਏ। ਹੀ ਡਸ ਸਪੋਰਟ ਯੂਨੀਵਰਸਲ ਹੈਲਥ ਕੇਅਰ, ਲੇਕਿਨ ਉਹਨਾਂ ਨੇ ਕਿਹਾ ਕਿ ਉਹ ਕੈਨੇਡਾ ਦੇ ਵਿੱਚ ਫॉर ਪ੍ਰੋਫਿਟ ਜਿਹੜਾ ਹੈਗਾ ਹੈਲਥ ਕੇਅਰ ਲੈ ਕੇ ਆਉਣਾ ਚਾਹੁੰਦੇ ਨੇ। ਸੋ ਪਰ ਉਹਨਾਂ ਨੇ ਇਹ ਕਲੀਅਰ ਨਹੀਂ ਕੀਤਾ ਕਿ ਉਹ ਮੈਡੀਕਲ ਕੇਅਰ, ਕਿਹੜੀ ਮੈਡੀਕਲ ਕੇਅਰ ਨੂੰ ਜੋ ਹੈ ਉਹ ਪ੍ਰਾਈਵੇਟ ਕਰਨਗੇ। ਜਸਲੀਨ ਜੀ, ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਲੀਡਰ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਕਲੀਅਰ ਨਹੀਂ ਕੀਤਾ, ਅਤੇ ਉਹਦਾ ਜਵਾਬ ਜ਼ਰੂਰ ਉਹ ਦੇਣਗੇ। ਪਰ ਜਿਹੜਾ ਸਾਡੇ ਲੀਡਰ ਹੈਗੇ ਉਹਨਾਂ ਨੇ ਬਹੁਤ ਹਮੇਸ਼ਾ ਇਸ ਚੀਜ਼ 'ਚ ਰਿਹਾ ਕਿ ਹਰੇਕ ਨੂੰ ਜਿੱਥੇ ਤੁਹਾਨੂੰ ਕਿਸੇ ਚੀਜ਼ ਦਾ ਬੈਨੀਫਿਟ ਹੁੰਦਾ, ਜਿਵੇਂ ਤੁਸੀਂ ਕਹਿੰਦੇ ਜੇ ਕੋਈ ਹਸਪੀਟਲ ਜਾਂਦਾ ਹੈ, ਉਹਨਾਂ ਨੂੰ ਇੰਨੀ ਲੰਬੀਆਂ ਘੰਟੇ ਵੇਟ ਕਰਨੀ ਪੈਂਦੀ ਹੈ। ਕਿਸੇ ਨੂੰ ਥੋੜ੍ਹੀ ਜਿਹੀ ਵੀ ਕੋਈ ਦਰਦ ਵੀ ਹੁੰਦੀ ਹੈ ਅਤੇ ਉਹਨਾਂ ਨੂੰ 8-8 10-10 ਘੰਟੇ ਹਸਪੀਟਲ 'ਚ ਵੇਟ ਕਰਨੀ ਪੈਂਦੀ ਹੈ, ਜਾਂ ਕਿਸੇ ਦੀ ਕੋਈ ਸਰਜਰੀ ਹੋਣੀ ਹੁੰਦੀ ਹੈ, ਕਿੰਨੀ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ। ਅਤੇ ਉਹਨਾਂ ਨੇ ਇਹ
ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਸੋਚਿਆ ਹੈਗਾ ਕਿ ਵੀ ਕਿਸ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਨੂੰ ਬੈਟਰ ਕਰ ਸਕਦੇ ਹਾਂ। ਡੈਫੀਨੇਟਲੀ ਲੌਂਗ ਵੇਟ ਆਵਰਸ ਇਜ਼ ਅ ਬਿਗ ਇਸ਼ੂ, ਲੇਕਿਨ ਅਗੇਨ ਜਿਹੜੇ ਕੁਝ ਕ੍ਰਿਟਿਕਸ ਹੈਗੇ ਨੇ ਉਹਨਾਂ ਨੇ ਕੁਝ ਸਟੱਡੀਜ਼ ਐਂਡ ਡਾਟਾ ਦੇ ਆਧਾਰ ਤੇ ਜਿਹੜੀ ਰਿਪੋਰਟ ਕੱਢੀ ਹੈ ਉਹਦੇ ਮੁਤਾਬਿਕ ਇਹ ਵੀ ਸਾਹਮਣੇ ਆਇਆ ਹੈ ਕਿ ਲੌਂਗ ਵੇਟ ਆਵਰਸ ਤਦ ਹੁੰਦੇ ਨੇ ਜਦੋਂ ਤੁਸੀਂ ਕਿਸੇ ਹੈਲਥ ਕੇਅਰ EMPLOYE ਨੂੰ ਜਿਹੜਾ ਲਾਭਦਾਇਕ ਪ੍ਰਾਈਵੇਟ ਸੈਕਟਰ ਹੈਗਾ ਉਹਦੇ ਵਿੱਚ ਕੰਮ ਕਰਨ ਦਾ ਲਾਲਚ ਦਿੰਦੇ ਹੋ। ਦੇਖੋ ਕ੍ਰਿਟਿਕਸ ਨੇ ਤਾਂ ਹਮੇਸ਼ਾ ਕਹਿਣਾ ਹੀ ਹੁੰਦਾ ਹੈਗਾ, ਉਹ ਤਾਂ ਹਮੇਸ਼ਾ ਇੱਦਾਂ ਹੀ ਕਹਿੰਦੇ ਆ ਕਿ ਵੀ ਅਸੀਂ ਇਸ ਨੂੰ ਬੈਟਰ ਕਰ ਸਕਦੇ ਹਾਂ। ਪਰ ਤੁਸੀਂ ਦੇਖਿਆ ਪਿਛਲੇ ਜਿੰਨੇ ਸਾਲਾਂ ਤੋਂ ਪਿਛਲੇ 6 ਸਾਲ ਤੋਂ ਹੀ ਲੈ ਲਓ, ਜਿਵੇਂ ਜਸਟਿਨ ਟਰੂਡੋ ਜੀ ਆਏ ਨੇ, ਉਹਨਾਂ ਨੇ ਕਿੰਨੇ ਪ੍ਰੋਮਿਸ ਕੀਤੇ ਸੀ ਇਲੈਕਸ਼ਨ ਵਿਨ ਕਰਨ ਲਈ, ਉਹ ਵਿਨ ਕੀਤੇ, ਮਾਈਨੋਰਿਟੀ 'ਚ ਆਏ ਤੇ ਉਹਨਾਂ ਨੇ ਜਿੰਨੇ ਪ੍ਰੋਮਿਸਿਸ ਕੀਤੇ ਹਾਲੇ ਤੱਕ ਇੱਕ ਵੀ ਡਿਲੀਵਰ ਨਹੀਂ ਕੀਤਾ। ਹੁਣ ਵੀ ਮੈਂ ਜਦੋਂ ਡੋਰ ਨੌਕਿੰਗ 'ਤੇ ਵੀ ਜਾਂਦੀ ਹਾਂ, ਲੋਕਾਂ ਦੇ ਬਹੁਤ ਕੰਸਰਨਸ ਆਉਂਦੇ ਨੇ, ਉਹ ਹਮੇਸ਼ਾ ਹੀ ਕਹਿ ਰਹੇ ਨੇ ਕਿ ਇਸ ਵਕਤ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਅਸੀਂ ਆਲਮੋਸਟ 4th ਵੇਵ ਦੇ ਵਿੱਚ ਹੈਗੇ ਹਾਂ ਤੇ ਵੀ ਇਲੈਕਸ਼ਨ ਕਿਉਂ ਕਾਲ ਕੀਤੀ। ਦੇयर ਇਜ਼ ਨੋ ਰੀਜ਼ਨ ਟੂ ਕਾਲ ਦ ਇਲੈਕਸ਼ਨ। ਬੈਠੇ ਬਿਠਾਏ ਤੁਸੀਂ ਕਹਿ ਦਿਓ, ਜਦ ਕਿ ਉਹਨਾਂ ਦੇ ਹਰ ਇੱਕ ਚੀਜ਼ ਦੇ ਨਾਲ NDP ਉਹਨਾਂ ਨੂੰ ਸਪੋਰਟ ਕਰਦੀ ਸੀ। ਜੇ ਉਹਨਾਂ ਨੂੰ ਨਾ ਸਪੋਰਟ ਕਰਦੀ, ਦੇयर ਇਜ਼ ਅ ਰੀਜ਼ਨ ਟੂ ਕਾਲ ਦ ਇਲੈਕਸ਼ਨ। ਜੇ ਤਾਂ ਕੋਈ ਰੀਜ਼ਨ ਨਹੀਂ ਸੀਗਾ ਤੇ ਉਹਨਾਂ ਨੇ ਕਿਉਂ ਇਲੈਕਸ਼ਨ ਕਾਲ ਕੀਤੀ, ਹਾਲੇ ਤੱਕ ਕਿਸੇ ਨੂੰ ਇਹ ਗੱਲ ਦਾ ਸਮਝ ਨਹੀਂ ਆਈ। ਹੋ ਸਕਦਾ ਉਹ ਚਾਹ ਰਹੇ ਹੋਣ ਕਿ ਅਸੀਂ ਪੈਂਡਿਕ ਦੇ ਵਿੱਚ ਜਿਹੜਾ 18 ਮਹੀਨੇ 19 ਮਹੀਨੇ ਅਸੀਂ ਲੋਕਾਂ ਨੂੰ ਸਪੋਰਟ ਕੀਤੀ ਹੈ, ਸ਼ਾਇਦ ਸਾਡੀ ਮੈਜੋਰਿਟੀ ਆ ਜਾਏ। ਪਰ ਮੈਂ ਤੁਹਾਨੂੰ ਟੂ ਬੀ ਆਨੈਸਟ ਦੱਸਾਂ, ਜਦ ਮੈਂ ਡੋਰ ਨੌਕਿੰਗ ਤੇ ਜਾਂਦੀ ਹਾਂ ਕੋਈ ਵੀ ਰੈਡੀ ਨਹੀਂ ਆ। ਉਹ ਕਹਿੰਦੇ ਕਿ ਆਈ ਡੋਂਟ ਨੋ ਵਾਈ ਦੇ ਕਾਲ ਦ ਇਲੈਕਸ਼ਨ। ਤੁਹਾਨੂੰ ਪਤਾ ਕਿੰਨਾ ਡੈਟ ਪੈਣਾ ਹੈਗਾ, ਇਸ ਸਾਰੇ ਟੈਕਸ ਪੇਅਰ ਦੀ ਮਨੀ ਹੈ। ਓਵਰ 6 ਲੱਖ ਤੋਂ ਵੱਧ, 640 ਮਿਲੀਅਨ ਡਾਲਰ ਜਿਹੜਾ ਹੈ, 640 ਮਿਲੀਅਨ ਡਾਲਰਸ ਜਿਹੜਾ ਹੈਗਾ ਟੈਕਸ ਪੇਅਰ ਦੀ ਮਨੀ ਹੈ। ਅਨਨੈਸੈਸਰੀ ਖਰਚਾ ਹੈਗਾ ਜਿਹੜਾ ਸਾਡੇ ਸਾਰਿਆਂ 'ਤੇ ਪਿਆ ਇਲੈਕਸ਼ਨ ਕਾਲ ਕਰਨ ਦਾ। ਸੋ ਇਸ ਕਰਕੇ ਹੁਣ ਜਿਹੜਾ ਮੇਰੇ ਖਿਆਲ ਦੇ ਨਾਲ ਮੈਂ ਵੀ ਜਿਵੇਂ ਚਾਹੁੰਦੀ, ਮੈਂ ਉਹਨਾਂ ਨੂੰ ਇਹੀ ਜਵਾਬ ਦਿੰਦੀ ਹਾਂ ਕਿ ਠੀਕ ਹੈ, ਉਹਨਾਂ ਨੇ ਹੁਣ ਇਲੈਕਸ਼ਨ ਕਰ ਦਿੱਤੀ, ਦੇ ਵਰ ਪ੍ਰਪੇਅਰ, ਵੀ ਵਰ ਨਾਟ ਪ੍ਰਪੇਅਰ, ਪਰ ਹੁਣ ਇਲੈਕਸ਼ਨ ਆ ਗਈ ਹੈ ਤੇ ਸਾਨੂੰ ਆਪਣਾ ਕੰਮ ਕਰਨਾ ਪੈਣਾ ਹੈ। ਜੀ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲਿਬਰਲ ਸਰਕਾਰ ਵੱਲੋਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਗਏ, ਪਰ ਜੇ ਅਸੀਂ ਦੇਖੀਏ ਤੇ ਜਦੋਂ ਕੰਜ਼ਰਵੇਟਿਵ ਗਵਰਨਮੈਂਟ ਸੀ, ਵਾਅਦੇ ਉਹਨਾਂ ਵੱਲੋਂ ਵੀ ਕੀਤੇ ਗਏ ਸੀ ਜੋ ਕਿ ਕੁਝ ਪੂਰੇ ਹੋਏ, ਕੁਝ ਪੂਰੇ ਨਹੀਂ ਹੋਏ। ਦੇਖੋ ਜਦੋਂ ਵੀ ਸਰਕਾਰ ਆਉਂਦੀ ਹੈ, ਜਦ ਤੱਕ ਉਹ ਕਿਸੇ ਚੀਜ਼ ਨੂੰ ਕਹਿੰਦੇ ਆ ਕਿ ਅਸੀਂ ਉਹਨਾਂ ਦੇ ਸਪੈਸ਼ਲ ਉਹਨਾਂ ਦੇ ਪਲੇਟਫਾਰਮ ਤੇ ਡਿਊਰਿੰਗ ਇਲੈਕਸ਼ਨ ਦੇ ਟਾਈਮ ਤੇ ਅਨਾਉਂਸ ਕਰਦੇ ਅਸੀਂ ਕਰਦੇ ਹਾਂ, ਤੇ ਉਹਨੂੰ ਟਾਈਮ ਲੱਗਦਾ, ਇਟ ਟੇਕਸ ਟਾਈਮ, ਕਿਉਂਕਿ ਉਹਨਾਂ ਨੇ ਪਹਿਲੇ ਪੁਰਾਣੀਆਂ ਚੀਜ਼ਾਂ ਨੂੰ ਸਾਰਾ ਕਵਰ ਕਰਨਾ ਹੁੰਦਾ ਹੈ। ਸੋ ਜਦ ਤੱਕ ਟਾਈਮ ਆਉਂਦਾ ਹੈ, ਫਿਰ ਉਸ ਟਾਈਮ ਤੇ ਤੁਹਾਨੂੰ ਪਤਾ 4 ਸਾਲ ਇੱਕਦਮ ਨਿਕਲ ਵੀ ਜਾਂਦੇ ਹੈਗੇ ਆ, ਨਵੀਆਂ ਇਲੈਕਸ਼ਨ ਵੀ ਆਉਂਦੀਆਂ। ਪਰ ਅੱਜ ਤੱਕ ਜੇ ਸਾਡੇ ਤੁਸੀਂ ਪਿਛਲੀ ਹਿਸਟਰੀ ਕੱਢ ਕੇ ਦੇਖ ਲਓ, ਹਾਰਪਰ ਜੀ ਨੇ ਜਦੋਂ ਉਹਨਾਂ ਨੇ ਕਿਹਾ ਸੀਗਾ GST ਦਾ ਕਿਹਾ, ਉਹਨਾਂ ਨੇ ਘਟਾਈ ਹੈਗੀ ਹੈ, 2% ਘਟਾਈ ਸੀਗੀ। ਜੋ ਉਹਨਾਂ ਨੇ ਕਿਹਾ ਸੀਗਾ, ਜਦੋਂ ਰਿਸੈਸ਼ਨ 'ਚ ਆਏ ਸੀਗੇ ਅਸੀਂ, ਸਭ ਤੋਂ ਪਹਿਲੇ ਕੈਨੇਡਾ ਵਾਜ਼ ਦ ਫਸਟ ਕੰਟਰੀ ਟੂ ਕਮ ਆਊਟ ਫਰਮ ਦ ਰਿਸੈਸ਼ਨ। ਸੋ ਜਿੱਥੇ ਤੱਕ ਉਹਨਾਂ ਨੇ ਵਾਅਦੇ ਕੀਤੇ ਉਹਨਾਂ ਨੇ ਨਿਭਾਇਆ। ਤਾਂ ਹਰ ਚੀਜ਼ ਜਦੋਂ ਵੀ ਕੋਈ ਚੀਜ਼ ਕਰਦੇ ਅਸੀਂ ਓਵਰਨਾਈਟ ਨਹੀਂ ਹੁੰਦੀ, ਉਹਨੂੰ ਇਟ ਟੇਕਸ ਟਾਈਮ। ਹੁਣ ਮੈਂ ਵੀ ਜਦੋਂ ਡੋਰ 'ਤੇ ਜਾਂਦੀ ਹਾਂ, ਮੈਨੂੰ ਸਾਰੇ ਕਹਿੰਦੇ ਆ ਕਿ ਉਹਨਾਂ ਨੇ ਇੱਦਾਂ ਕਿਹਾ ਸੀਗਾ 10 ਸਾਲ ਪਹਿਲੇ ਵੀ ਜਦੋਂ ਇਲੈਕਸ਼ਨ 'ਚ ਖੜੇ ਹੋਏ ਸੀ, ਤੁਸੀਂ ਵੀ ਇਹ ਸੀਗੇ, ਉਹਨਾਂ ਨੇ ਕਿਹਾ ਸੀ। ਤੇ ਹੁਣ 10 ਸਾਲ ਹੋ ਗਏ, ਉਹਨਾਂ ਨੇ ਦੇ ਡਿਡਨਟ ਸੀ ਐਨੀ ਚੇਂਜ। ਇਨਫੈਕਟ ਕਿ ਮੈਂ ਵੀ ਵੇਟ ਕਰ ਰਹੀ ਸੀਗੀ ਕਿ ਜਦੋਂ ਸਾਡੀ ਡਿਬੇਟ ਹੋਏਗੀ ਲੋਕਲ ਜਿਹੜੀ ਟੋਬੀਕੋ ਦੇ ਵਿੱਚ ਉਹਨਾਂ ਨੇ ਸਾਡੀ ਡਿਬੇਟ ਲਈ ਸਾਨੂੰ ਭੇਜਿਆ, ਮੈਂ ਕਨਫਰਮ ਕੀਤਾ 7 ਸਤੰਬਰ ਨੂੰ ਸਾਡੀ ਡਿਬੇਟ ਹੋਣੀ ਸੀ। ਮੈਂ ਕਿਹਾ ਡੈਫੀਨੇਟਲੀ ਮੈਂ ਡਿਬੇਟ 'ਤੇ ਆਵਾਂਗੀ। ਔਰ ਮੇਰੇ ਕੁਐਸਚਨ ਸੀਗੇ ਕਿ ਮੈਂ ਵੀ ਉਹਨਾਂ ਨੂੰ ਪੁੱਛਣਾ ਸੀਗਾ ਜਿਹੜੇ ਸਿਟਿੰਗ MP ਸੀ, ਵੀ ਤੁਸੀਂ 10 ਸਾਲਾਂ ਦੇ ਵਿੱਚ ਮੈਂ ਕੋਈ ਚੇਂਜਸ ਨਹੀਂ ਦੇਖੇ। 10 ਸਾਲ ਦੇ ਵਿੱਚ ਮੈਂ ਇੱਥੇ ਹੀ ਰਹਿੰਦੀ ਹਾਂ ਇਟੋਬੀਕੋ ਨਾਰਥ ਦੇ ਵਿੱਚ, ਸਾਰਾ ਵਕਤ ਮੇਰੇ 10 ਤੋਂ 12 ਘੰਟੇ ਮੇਰੇ ਇਟੋਬੀਕੋ ਨਾਰਥ 'ਚ ਹੀ ਹੁੰਦੇ ਨੇ। ਤੇ ਇੱਕ ਵੀ ਕੋਈ ਚੀਜ਼ ਸਾਨੂੰ ਦੱਸਣ ਵੀ ਉਹਨਾਂ ਨੇ ਇਟੋਬੀਕੋ ਨਾਰਥ ਲਈ ਕੀ ਕੀਤਾ ਹੈ, ਪਰ ਉਹਨਾਂ ਨੇ ਡਿਬੇਟ ਦੇ ਵਿੱਚ ਕਨਫਰਮ ਨਹੀਂ ਕੀਤਾ, ਤਾਂ ਸਾਡੀ ਡਿਬੇਟ ਕੈਂਸਲ ਹੋ ਗਈ ਸੀ। ਮੈਨੂੰ ਮੌਕਾ ਨਹੀਂ ਮਿਲਿਆ। ਪਰ ਜਦੋਂ ਮੇਰੇ ਨਾਲ ਕਦੇ ਫੇਸ ਟੂ ਫੇਸ ਹੋਏ ਡੈਫੀਨੇਟਲੀ। ਪਰ ਮੈਂ ਲੋਕਾਂ ਨੂੰ ਪੁੱਛਦੀ ਹਾਂ ਜਿਹੜੇ ਕਹਿੰਦੇ ਆ ਕਿ ਅਸੀਂ ਸਪੋਰਟ ਕਰਾਂਗੇ ਲਿਬਰਲ, ਤਾਂ ਮੈਂ ਉਹਨਾਂ ਨੂੰ ਪੁੱਛਦੀ ਹੁੰਦੀ ਹਾਂ ਕਿ ਤੁਸੀਂ ਦੱਸੋ ਕਿ ਇੱਕ ਵੀ ਕੋਈ ਚੀਜ਼ ਦੱਸ ਦਿਓ ਤੁਹਾਡੇ ਲਈ ਇੱਥੇ ਕੋਈ ਲਿਬਰਲ ਨੇ ਕੀਤੀ ਹੋਈ, ਸਪੈਸ਼ਲੀ ਇਸ ਰਾਈਡਿੰਗ ਦੇ ਵਿੱਚ। ਜੀ ਜੀ, ਤੇ ਹੁਣ ਤੁਸੀਂ ਇਟੋਬੀਕੋ ਨਾਰਥ ਦੀ ਰਾਈਡਿੰਗ ਦੇ ਵਿੱਚ ਕਿਹੜੇ ਬਦਲਾਅ ਲਿਆਉਣਾ ਚਾਹੁੰਦੇ ਹੋ ਤੇ ਕਿਹੜੇ ਜਿਹੜੇ ਇਸ਼ੂਜ਼ ਹੈਗੇ ਨੇ ਲੋਕੀ ਉਹ ਤੁਹਾਡੇ ਕੋਲ ਚੁੱਕ ਰਹੇ ਹਨ? ਸਭ ਤੋਂ ਪਹਿਲੇ ਤੇ ਜਿਹੜੇ ਲੋਕਾਂ ਦੇ ਕੰਸਰਨਸ ਹੈਗੇ ਨੇ, ਮੈਨੂੰ ਪਾਰਟਿਕੂਲਰ ਇੱਕ ਦੋ ਕਮਿਊਨਿਟੀਜ਼ ਹੈਗੀਆਂ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਸੀਗਾ ਕਿ ਵੀ ਲਿਬਰਲ ਨੇ ਮੈਂਡੇਟਰੀ ਕਰ ਦਿੱਤੀ ਹੈ ਵੈਕਸੀਨ ਦੀ। ਸੋ ਮੈਂ ਕਿਹਾ ਵੀ ਦੇਖੋ ਮੈਂ ਵੀ ਡਬਲ ਵੈਕਸੀਨ ਹੈਗੀ ਹਾਂ ਬਿਕਾਜ਼ ਆਫ ਮਾਈ ਹੈਲਥ ਇਸ਼ੂ। ਸੋ ਆਈ ਗਟ ਮਾਈ ਡਬਲ ਵੈਕਸੀਨ। ਵੀ ਜਦੋਂ ਅਸੀਂ ਡੋਰ ਨੌਕਿੰਗ 'ਤੇ ਜਾਂਦੇ ਆ ਤੁਹਾਨੂੰ ਨਹੀਂ ਪਤਾ ਵੀ ਕੌਣ ਕੈਰੀਅਰ ਹੈਗਾ, ਤੁਸੀਂ ਇੰਨੇ ਡੋਰ ਨੌਕਿੰਗ ਕਰਦੇ ਇੰਨੇ ਲੋਕਾਂ ਨੂੰ ਮਿਲਦੇ ਹੈਗੇ ਹੋ। ਸੋ ਮੈਂ ਆਪਣੀ ਸੇਫਟੀ ਵਾਸਤੇ ਮੈਂ ਲਗਵਾਈ ਹੋਈ ਹੈ। ਬਾਹਰ ਸਾਡੇ ਲੀਡਰ ਦਾ ਬੜਾ ਕਲੀਅਰ ਕੱਟ ਸੀਗਾ ਵੀ ਤੁਸੀਂ ਕਲੀਅਰ ਜਵਾਬ ਸੀਗਾ ਉਹਨਾਂ ਦਾ ਕਿ ਇਹ ਤੁਹਾਡੀ ਆਪਣੀ ਚੋਇਸ ਹੈ, ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਓ, ਪਰ ਅਸੀਂ ਤੁਹਾਨੂੰ ਮੈਂਡੇਟਰੀ ਨਹੀਂ ਕਰਨਾ। ਸੋ ਮੈਂ ਵੀ ਇਸ ਚੀਜ਼ 'ਚ ਬਿਲੀਵ ਕਰਦੀ ਹਾਂ ਵੀ ਜੇ ਤੁਹਾਡਾ ਤੁਸੀਂ ਕਹਿੰਦੇ ਵੀ ਤੁਸੀਂ ਹੈਲਦੀ ਹੋ, ਤੁਹਾਨੂੰ ਲੱਗਦਾ ਹੈਗਾ ਕਿ ਵੀ ਤੁਸੀਂ ਨਹੀਂ ਇਸ ਚੀਜ਼ ਲਵਾਉਣਾ ਚਾਹੁੰਦੇ,
ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੈ, ਸੋ ਆਲ ਅਪ ਯੂਰ ਓਨ ਚੋਇਸ। ਜੀ ਜੀ ਬਿਲਕੁਲ। ਐਂਡ ਤੁਸੀਂ ਜਿਸ ਤਰ੍ਹਾਂ ਵੈਕਸੀਨਸ ਦੀ ਗੱਲ ਕੀਤੀ ਹੈ, ਤੁਸੀਂ ਕਿਹਾ ਲੋਕੀ ਇਸ਼ੂ ਚੁੱਕ ਰਹੇ ਨੇ, ਲੇਕਿਨ ਅਗੇਨ ਆਈ ਵਾਂਟਡ ਟੂ ਪੁੱਟ ਦੈਟ ਕੁਐਸਚਨ ਕਿ ਡੈਫੀਨੇਟਲੀ ਜਿਸ ਤਰ੍ਹਾਂ ਤੁਹਾਡੇ ਲੀਡਰ ਨੇ ਕਿਹਾ, ਕੰਜ਼ਰਵੇਟਿਵ ਲੀਡਰ ਨੇ ਕਿਹਾ ਕਿ ਉਹ ਮੈਂਡੇਟਰੀ ਨਹੀਂ ਕਰਨਗੇ, ਪਰ ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਉਹ ਮੈਂਡੇਟ ਕਰਨਗੇ। ਐਂਡ ਤੁਸੀਂ ਇਨਫੈਕਟ ਵੈਕਸੀਨ ਨੂੰ ਸਪੋਰਟ ਕਰਦੇ ਹੋ ਬਿਕੋਜ਼ ਤੁਸੀਂ ਆਪ ਵੈਕਸੀਨ ਲਗਵਾਈ ਹੈ, ਸੋ ਤੁਹਾਡਾ ਕੀ ਟੇਕ ਹੈ ਇਹਦੇ 'ਤੇ? ਇਹ ਮੇਰਾ ਆਪਣਾ ਓਪੀਨੀਅਨ ਹੈ, ਮੈਂ ਨਹੀਂ ਕਹਿੰਦੀ ਕਿ ਮੈਂ ਵੈਕਸੀਨ ਨੂੰ ਸਪੋਰਟ ਕਰਨੀ ਹੈ। ਜੇ ਤੁਸੀਂ, ਕਿਉਂਕਿ ਮੇਰਾ ਇੱਕ ਆਪਣਾ ਹੈਲਥ ਇਸ਼ੂ ਹੈ, ਜਿਹਦਾ ਕੋਈ ਹੈਲਥ ਇਸ਼ੂ ਕੰਸਰਨਸ ਹੈਗੇ ਆ, ਜਿਨ੍ਹਾਂ ਨੂੰ ਲੱਗਦਾ ਉਹਨਾਂ ਦਾ ਵੈਕਸੀਨ, ਉਹਨਾਂ ਦਾ ਇਮਿਊਨ ਸਿਸਟਮ ਵੀਕ ਹੈ, ਉਹ ਡਬਲ ਵੈਕਸੀਨ ਲਵਾ ਰਹੇ ਹੈ। ਅਤੇ ਮੈਂ ਤੁਹਾਨੂੰ ਜਿਵੇਂ ਦੱਸ ਰਹੀ ਹਾਂ ਕਿ ਮੇਰਾ ਆਪਣਾ ਹੈਲਥ ਇਸ਼ੂਜ਼ ਹੈ ਕਰਕੇ ਮੈਨੂੰ ਡਬਲ ਵੈਕਸੀਨ ਲਵਾਉਣੀ ਪਈ। ਸੋ ਇਸ ਕਰਕੇ ਮੈਂ ਕਹਿੰਦੀ, ਪਰ ਜੇ ਤੁਹਾਡੀ ਮਰਜ਼ੀ ਨਹੀਂ ਹੈ ਲਵਾਉਣ ਦੀ ਤਾਂ ਅਸੀਂ ਤੁਹਾਨੂੰ ਫੋਰਸ ਨਹੀਂ ਕਰ ਸਕਦੇ। ਜੀ ਜੀ ਪ੍ਰੀਤੀ ਜੀ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਉਮੀਦਵਾਰ ਸੀਰੀਜ਼ ਦੇ ਵਿੱਚ। ਤੇ ਸਾਡੀ ਗੱਲਬਾਤ ਚੱਲ ਰਹੀ ਹੈ ਈਟੋਬੀਕੋ ਨਾਰਥ ਤੋਂ ਕੰਜ਼ਰਵੇਟਿਵ ਉਮੀਦਵਾਰ ਪ੍ਰੀਤੀ ਲਾਂਬਾ ਜੀ ਦੇ ਨਾਲ। ਪ੍ਰੀਤੀ ਜੀ, ਜਿਸ ਤਰ੍ਹਾਂ ਅਸੀਂ ਚੋਣਾਂ ਦੀ ਗੱਲ ਕਰ ਰਹੇ ਹਾਂ, ਚੋਣ ਮੁਹਿੰਮ ਦੌਰਾਨ ਅਸੀਂ ਵੇਖਿਆ ਕਿ ਜਿਹੜੇ ਲਿਬਰਲ ਲੀਡਰ ਨੇ ਜਸਟਿਨ ਟਰੂਡੋ, ਉਹਨਾਂ ਨੇ ਆਪਣਾ ਪਲੇਟਫਾਰਮ ਲੋਕਾਂ ਤੱਕ ਪਹੁੰਚਾਉਣ ਲਈ ਕੋਸਟ ਟੂ ਕੋਸਟ ਟਰੈਵਲ ਕੀਤਾ। ਇਸੇ ਤਰ੍ਹਾਂ ਜਿਹੜੇ ਫੈਡਰਲ ਐਨਡੀਪੀ ਲੀਡਰ ਨੇ ਜਗਮੀਤ ਸਿੰਘ, ਉਹਨਾਂ ਨੇ ਵੀ ਕਾਫੀ ਓਫੈਂਸਿਵ ਐਂਡ ਅਗਰੈਸਿਵ ਅਪਰੋਚ ਅਪਣਾਈ ਤੇ ਨਾਲ ਹੀ ਵੱਖ-ਵੱਖ ਸ਼ਹਿਰਾਂ ਦਾ, ਵੱਖ-ਵੱਖ ਸੂਬਿਆਂ ਦਾ ਦੌਰਾ ਕੀਤਾ। ਪਰ ਜਿਹੜੇ ਕੰਜ਼ਰਵੇਟਿਵ ਲੀਡਰ ਨੇ ਐਰਨ ਓਟੂਲ, ਉਹਨਾਂ ਨੇ ਆਪਣੀ ਮੋਸਟਲੀ ਜਿਹੜੀ ਅਨਾਉਂਸਮੈਂਟਸ ਹੈਗੀਆਂ ਉਹ ਵਰਚੁਅਲੀ ਹੀ ਪ੍ਰੈਫਰ ਕੀਤੀਆਂ। ਕਈ ਵਾਰੀ ਜਦੋਂ ਇਹ ਬਿਕੋਜ਼ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਹੈਗਾ ਕੋਵਿਡ ਦਾ, ਤੁਹਾਨੂੰ ਵੀ ਪਤਾ ਹੈਗਾ, ਸੋ ਹਰ ਜਗ੍ਹਾ 'ਤੇ ਚੀਜ਼ਾਂ ਦੀ ਰਿਸਟ੍ਰਿਕਸ਼ਨ ਹੁੰਦੀ ਹੈ। ਵੈਸੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਾਰੀ ਕੰਟਰੀ ਦਾ ਦੌਰਾ ਕੀਤਾ ਜਾਏ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ, ਟਾਈਮ ਇੰਨਾ ਸ਼ਾਰਟ ਹੈ, ਅੱਗੇ ਕੈਂਪੇਨਸ ਇਲੈਕਸ਼ਨ ਆਉਂਦੀ ਹੈ ਅਤੇ ਤੁਹਾਨੂੰ ਟਾਈਮ ਮਿਲ ਜਾਂਦਾ ਹੈ ਕੈਂਪੇਨ ਕਰਨ ਦਾ। ਅਤੇ ਪਰ ਬਿਕੋਜ਼ ਆਫ ਦ ਸ਼ਾਰਟ ਟਾਈਮ, ਬੜਾ ਇੰਨਾ ਸ਼ਾਰਟੇਜ ਟਾਈਮ ਹੋਣ ਕਰਕੇ ਤੁਸੀਂ ਸਾਰੀ ਜਗ੍ਹਾ 'ਤੇ ਨਹੀਂ ਇੱਕ ਜਗ੍ਹਾ 'ਤੇ ਜਾ ਸਕਦੇ। ਸੋ ਉਹਦੇ ਕਰਕੇ ਜਿਵੇਂ ਜਿਵੇਂ ਉਹਨਾਂ ਨੂੰ ਅਪਰਚੁਨਿਟੀ ਮਿਲਦੀ ਰਹੀ, ਉਵੇਂ ਉਵੇਂ ਉਹਨਾਂ ਨੇ ਆਪਣੇ ਆਪ ਨੂੰ ਵਿਜ਼ੀਬਲ ਕੀਤਾ। ਜੀ ਜੀ ਜੇ ਦੇਖੀਏ ਅਸੀਂ ਕੈਨੇਡਾ ਦੇ ਵਿੱਚ ਜਿਹੜੀ ਇੰਡੀਜੀਨਸ ਕਮਿਊਨਿਟੀ ਹੈ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ, ਪਰ ਕੰਜ਼ਰਵੇਟਿਵ ਸਾਬਕਾ ਕੰਜ਼ਰਵੇਟਿਵ ਗਵਰਨਮੈਂਟ ਜਿਹੜੀ ਸੀਗੀ, ਉਹਨਾਂ ਦੇ ਜਿਹੜੇ ਰਿਲੇਸ਼ਨ ਸੀਗੇ ਇੰਡੀਜੀਨਸ ਗਰੁੱਪਸ ਦੇ ਨਾਲ, ਇੰਡੀਜੀਨਸ ਕਮਿਊਨਿਟੀ ਦੇ ਨਾਲ, ਉਹ ਇੰਨੇ ਖਾਸ ਨਹੀਂ ਰਹੇ। ਸੋ ਹੁਣ ਤੁਹਾਡੀ ਪਾਰਟੀ ਵੱਲੋਂ ਜੇ ਤੁਹਾਡੀ ਸਰਕਾਰ ਬਣਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਇੰਡੀਜੀਨਸ ਕਮਿਊਨਿਟੀ ਦੇ ਨਾਲ ਆਪਣੇ ਰਿਲੇਸ਼ਨ ਜਿਹੜੇ ਨੇ ਉਹ ਬਿਹਤਰ ਬਣਾਓਗੇ? ਵੈਸੇ ਇਹ ਗੱਲ ਤੇ ਮੈਂ ਸਹਿਮਤ ਨਹੀਂ ਹਾਂ। ਅਸੀਂ ਹਮੇਸ਼ਾ ਕੰਜ਼ਰਵੇਟਿਵ ਪਾਰਟੀ ਨੇ ਹਰੇਕ ਨੂੰ ਆਪਣੇ ਨਾਲ ਰੱਖ ਕੇ ਚੱਲੇ ਨੇ, ਕਿਉਂਕਿ ਮੈਂ ਵੀ ਬੜੇ ਸਾਲਾਂ ਤੋਂ ਇਸ ਪਾਰਟੀ ਦੇ ਨਾਲ ਹੈਗੀ ਹਾਂ। ਸੋ ਤੁਸੀਂ ਦੇਖ ਲਓ ਆਪਣੇ ਵੱਲੋਂ, ਹੁਣ ਤੁਸੀਂ ਗੈਸ ਵੀ ਕਰ ਸਕਦੇ ਕਿੰਨੀ ਰਾਈਡਿੰਗਾਂ ਦੇ ਵਿੱਚ ਆਪਣੇ ਬੰਦੇ ਵੀ ਖੜੇ ਹੈ, ਡਿਫਰੈਂਟ ਕਮਿਊਨਿਟੀ ਦੇ ਖੜੇ ਹੈ। ਸੋ ਮੇਰਾ ਨਹੀਂ ਖਿਆਲ ਕਿ ਮੈਂ ਇਸ ਗੱਲ 'ਤੇ ਸਹਿਮਤ ਹੋਵਾਂਗੀ ਕਿ ਵੀ ਜਿਵੇਂ ਉਹਨਾਂ ਦੇ ਰਿਲੇਸ਼ਨਸ਼ਿਪ ਉਹਨਾਂ ਦੇ ਹਮੇਸ਼ਾ ਹਰ ਜਗ੍ਹਾ 'ਤੇ ਸਟਰੋਂਗ ਹੀ ਰਹੇ ਨੇ, ਜਿੱਥੇ ਜਿੱਥੇ ਉਹ ਜਾਂਦੇ ਰਹੇ ਨੇ। ਇਸ ਦੇ ਨਾਲ ਹੀ ਜੇ ਅਸੀਂ ਕੁਝ ਹੋਰ ਰਾਈਡਿੰਗਸ ਦੀ ਗੱਲ ਕਰੀਏ ਤੇ ਰੀਸੈਂਟਲੀ ਜਿਹੜੀ ਕਿਚਨਰ ਸੈਂਟਰ ਦੀ ਰਾਈਡਿੰਗ ਹੈ, ਉਸ ਉੱਤੇ ਲਿਬਰਲ ਉਮੀਦਵਾਰ ਜਿਹੜੇ ਸੀਗੇ ਰਾਜ ਸੈਣੀ, ਉਹਨਾਂ ਨੇ ਅਸਤੀਫਾ ਦਿੱਤਾ ਕਿਉਂਕਿ ਉਹਨਾਂ ਉੱਤੇ ਕੁਝ ਹੈਰਾਸਮੈਂਟ ਦੇ ਐਲੀਗੇਸ਼ਨਸ ਲੱਗੇ ਸੀ। ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਟ ਵਿਲ ਪਲੇ ਐਨ ਇੰਪੋਰਟੈਂਟ ਰੋਲ ਕਿ ਉਹ ਜਿਹੜੀ ਰਾਈਡਿੰਗ ਹੈ, ਉਹ ਜਿਹੜੀ ਸੀਟ ਹੈ, ਉਹ ਕੰਜ਼ਰਵੇਟਿਵਸ ਦੇ ਖਾਤਿਆਂ ਦੇ ਵਿੱਚ ਆ ਜਾਏ? ਬਿਲਕੁਲ ਜੀ, ਮੈਨੂੰ ਤਾਂ ਐਕਚੁਅਲੀ ਬੜੀਆਂ ਹੀ ਰਾਈਡਿੰਗਾਂ ਲੱਗਦੀਆਂ ਜਿਹੜੀਆਂ ਸਾਡੇ ਖਾਤੇ 'ਚ ਆਉਣਗੀਆਂ। ਈਵਨ ਈਟੋਬੀਕੋ ਨਾਰਥ ਵੀ ਤੁਸੀਂ ਦੇਖ ਹੀ ਲਿੱਤਾ ਕਿਵੇਂ ਸਾਡੇ ਵਲੰਟੀਅਰ ਆ ਰਹੇ ਨੇ। ਜਦ 4 ਦਿਨ ਜਿਹੜੀਆਂ ਐਡਵਾਂਸ ਪੋਲਿੰਗ ਹੋਈਆਂ, ਤੁਸੀਂ ਬਿਲੀਵ ਨਹੀਂ ਕਰੋਗੇ, ਅਸੀਂ ਡੋਰ 'ਤੇ ਜਦੋਂ ਜਾਂਦੇ ਵੀ ਸੀ ਉਹ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ, ਅਸੀਂ ਤੁਹਾਨੂੰ ਆਲਰੇਡੀ ਵੋਟ ਪਾਏ ਆਏ ਹਾਂ। ਅਤੇ ਮੈਨੂੰ ਪੂਰੀ ਉਮੀਦ ਹੈ 100% ਮੈਨੂੰ ਸ਼ੋਰਿਟੀ ਹੈ ਕਿ ਇਹ ਵੀ ਰਾਈਡਿੰਗ ਸਾਡੇ ਖਾਤੇ 'ਚ ਆਏਗੀ। ਜਿਵੇਂ ਕਿਚਨਰ ਦੀ ਤੁਸੀਂ ਕਹੀ ਆ, ਉਹ ਵੀ ਆਏਗੀ, ਹੋਰ ਵੀ ਬੜੀਆਂ ਰਾਈਡਿੰਗਾਂ ਸਾਡੇ ਖਾਤੇ 'ਚ ਆਉਣਗੀਆਂ। ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰੀ ਅਸੀਂ ਮਾਈਨੋਰਿਟੀ ਨਹੀਂ ਮੈਜੋਰਿਟੀ ਲੈ ਕੇ ਜਾਵਾਂਗੇ। ਜੀ, ਪਰ ਜੇਕਰ ਮਾਈਨੋਰਿਟੀ ਗਵਰਨਮੈਂਟ ਬਣ ਗਈ ਫਿਰ ਅਗਲਾ ਕਦਮ ਕੀ ਹੋਏਗਾ? ਦੇਖੋ ਜੀ, ਇਸੇ ਕਰਕੇ ਅਸੀਂ ਲੋਕਾਂ ਨੂੰ, ਮੈਂ ਜਦੋਂ ਡੋਰ 'ਤੇ ਜਾਂਦੀ ਆ, ਇਹ ਮੇਰਾ ਹਮੇਸ਼ਾ ਸਭ ਨੂੰ ਇਹੀ ਕੰਸਰਨ ਹੁੰਦਾ ਹੈ ਕੁਛ ਵੀ ਜੇ ਤੁਸੀਂ ਬਾਹਰ ਵੋਟਾਂ ਪਾਉਣ ਨਹੀਂ ਨਿਕਲੋਗੇ, ਤੁਸੀਂ ਵੋਟ ਜ਼ਰੂਰ ਪਾਓ। ਕਿਉਂਕਿ ਕਾਫੀ ਲੋਕ ਕਹਿੰਦੇ ਸੀ ਅਸੀਂ ਵੋਟ ਨਹੀਂ ਪਾਉਣਾ ਨਹੀਂ, ਕਿਉਂਕਿ ਇਹਨਾਂ ਨੇ ਕਿਉਂ ਇਲੈਕਸ਼ਨ ਕਾਲ ਕੀਤੀ। ਅੱਜ ਕਿ ਜੇ ਤੁਸੀਂ ਵੋਟ ਨਹੀਂ ਪਾਉਣ ਜਾਓਗੇ ਤਾਂ ਉਹੀ ਗਲਤ ਬੰਦੇ ਫਿਰ ਦੁਬਾਰਾ ਦੂਸਰੀ ਸਰਕਾਰ ਆ ਜਾਏਗੀ ਤਾਂ ਮਿਨੋਰਿਟੀ 'ਚ ਆਏਗੀ, ਫਿਰ ਦੈਨ ਦੇਰ ਵਿਲ ਬੀ ਅਨਦਰ ਇਲੈਕਸ਼ਨ। ਤੁਸੀਂ ਚਾਹੁੰਦੇ ਹੋ ਕਿ ਇੱਕ ਹੋਰ ਇਲੈਕਸ਼ਨ 2 ਸਾਲ ਦੇ ਵਿੱਚ ਆ ਜਾਏ? ਦੇ ਡੋਂਟ ਵਾਂਟ। ਇਸੇ ਕਰਕੇ ਉਹਨਾਂ ਨੇ ਸੋਚਿਆ ਯੂ ਹੈਵ ਟੂ ਐਜੂਕੇਟ ਦੈਮ, ਰਾਈਟ। ਜਦ ਤੱਕ ਤੁਸੀਂ ਉਹਨਾਂ ਨੂੰ ਦੱਸੋਗੇ ਨਹੀਂ, ਉਹਨਾਂ ਨੂੰ ਪਤਾ ਨਹੀਂ ਲੱਗੇਗਾ। ਹੁਣ ਉਹਨਾਂ ਨੂੰ ਸਮਝ ਆ ਗਈ ਹੈ ਕਿ ਵੀ ਅਸੀਂ ਵੋਟਾਂ ਜ਼ਰੂਰ ਪਾਉਣ ਜਾਈਏ, ਨਹੀਂ ਤਾਂ ਫਿਰ ਦੂਸਰੀ ਮਿਨੋਰਿਟੀ ਆ ਜਾਏਗੀ। ਦੇ ਡੋਂਟ ਵਾਂਟ ਕੈਨੇਡੀਅਨਸ, ਦੇ ਡੋਂਟ ਵਾਂਟ ਅਨਦਰ ਇਲੈਕਸ਼ਨ। ਇਹਦਾ ਐਕਸਪੈਂਸ ਸਾਰਾ ਕੈਨੇਡੀਅਨਸ ਦੇ ਉੱਤੇ ਪੈਂਦਾ ਹੈ। ਸੋ ਇਸ ਕਰਕੇ ਮੈਨੂੰ 100% ਗਰੰਟੀ ਹੈ ਕਿ ਅਸੀਂ ਮੈਜੋਰਿਟੀ 'ਚ ਲੈ ਕੇ ਜਾਵਾਂਗੇ। ਜੀ, ਆਖਿਰ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਐਂਡ ਵਾਈ ਪੀਪਲ ਸ਼ੁੱਡ ਵੋਟ ਯੂ? ਦੇਖੋ, ਪਹਿਲੀ ਗੱਲ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਹ ਪਤਾ ਕਿ ਬੰਦੇ ਨੂੰ ਉਸ ਨੂੰ ਚੂਜ਼ ਕਰਨਾ ਚਾਹੀਦਾ ਹੈ ਕਿ ਜਿਹੜਾ ਤੁਹਾਡੇ ਵਿੱਚ ਹਮੇਸ਼ਾ
ਵਿਜ਼ੀਬਲ ਰਹੇ। ਇਹ ਨਹੀਂ ਕਿ ਇਲੈਕਸ਼ਨ ਦੇ ਟਾਈਮ ਤੇ 4 ਸਾਲ ਬਾਅਦ ਹੀ ਇਲੈਕਸ਼ਨ ਦਾ ਜੀ ਮੈਂ ਖੜੀ ਆ ਇਲੈਕਸ਼ਨ ਦੇ ਵਿੱਚ, ਔਰ ਕੁਝ ਕਰਕੇ ਦਿਖਾਏ। ਦੇਖੋ ਇੱਥੇ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਵੀ ਇੱਥੇ ਕੋਈ ਜੌਬਸ ਦੇ ਬੜੇ ਲੋਕਾਂ ਨੂੰ ਪ੍ਰੋਬਲਮਸ ਹੈਗੀ ਹੈ। ਸਾਡੀ ਪਾਰਟੀ ਨੇ ਕਿਹਾ ਕਿ ਅਸੀਂ ਜੌਬਸ ਕ੍ਰੀਏਟ ਕਰਾਂਗੇ, ਜਿਹੜੀ ਕਿ ਲਿਬਰਲ ਦੇ ਟਾਈਮ ਤੇ ਕਿੰਨੀਆਂ ਜੌਬਸ ਲੂਜ਼ ਹੋ ਗਈਆਂ। ਫਿਰ ਇੱਥੇ ਘਰਾਂ ਦੀ ਬੜੀ ਉਹਨਾਂ ਦੀ ਪ੍ਰੋਬਲਮ ਆਈ ਕਿ ਘਰ ਬੜੇ ਐਕਸਪੈਂਸਿਵ ਹੋ ਗਏ ਆ। ਉਹ ਕਹਿੰਦੇ ਸਾਡੇ ਬੱਚੇ ਆਉਣ ਵਾਲੀ ਜਨਰੇਸ਼ਨ ਹੈ ਘਰ ਨਹੀਂ ਬਾਏ ਕਰ ਸਕਦੀ। ਉਹਦੇ ਵਿੱਚ ਸਾਡੇ ਲੀਡਰ ਦੇ ਪਲੇਟਫਾਰਮ ਦੇ ਵਿੱਚ ਹੈਗਾ ਅਫੋਰਡੇਬਲ ਹਾਊਸਿਸ, ਆਉਣ ਵਾਲੇ 3 ਸਾਲਾਂ ਦੇ ਵਿੱਚ ਉਹ ਕ੍ਰੀਏਟ ਕਰਨਗੇ। ਸੋ ਮੈਂ ਇੰਨੇ ਪਿਛਲੇ 35 ਸਾਲਾਂ ਤੋਂ ਕਮਿਊਨਿਟੀ ਸੇਵਾ ਕਰਦੀ ਆ ਰਹੀ ਹਾਂ, ਤੇ ਉਹ ਚਾਹ ਰਹੇ ਨੇ ਕਿ ਉਹਨਾਂ ਨੂੰ ਇਹੋ ਜਿਹਾ ਇੱਕ ਲੀਡਰ ਚਾਹੀਦਾ ਹੈ ਕਿ ਉਹ ਸਿਰਫ ਇਲੈਕਸ਼ਨ ਦੇ ਟਾਈਮ ਤੇ ਬਾਹਰ ਨਾ ਆਵੇ, ਵੈਸੇ ਵੀ ਉਹ ਆ ਕੇ ਪਬਲਿਕ ਸੇਵਾ ਕਰਦਾ ਰਹੇ। ਸੋ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਰਾਈਡਿੰਗ ਦੇ ਵਿੱਚ ਲੋਕਾਂ ਨੇ ਐਕਸਾਈਟਿਡ ਨੇ ਬੜੇ ਮੇਰਾ ਨਾਮ ਸੁਣ ਕੇ ਦੁਬਾਰਾ। ਉਹ ਮੈਨੂੰ ਜਿਵੇਂ ਕੁਐਸਚਨ ਤੁਸੀਂ ਬਿਗਨਿੰਗ 'ਚ ਪੁੱਛਿਆ ਸੀ ਵੀ ਤੁਸੀਂ 2011 ਤੋਂ ਬਾਅਦ ਦੁਬਾਰਾ ਕਿਉਂ ਨਹੀਂ ਨੈਕਸਟ ਇਲੈਕਸ਼ਨ 'ਚ ਲੜੇ, ਹੁਣ ਉਹ ਲੋਕ ਖੁਸ਼ ਹੈ ਕਿ ਵੀ ਆਰ ਹੈਪੀ ਯੂ ਆਰ ਰਨਿੰਗ ਅਗੇਨ। ਸੋ ਮੈਨੂੰ ਪੂਰੀ ਉਮੀਦ ਹੈ ਕਿ ਉਹ ਮੈਨੂੰ ਸਪੋਰਟ ਕਰਨਗੇ। ਜੀ ਪ੍ਰੀਤੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ, ਤੇ ਤੁਸੀਂ ਆਪਣੀ ਕੀਮਤੀ ਆਪਣਾ ਸਮਾਂ ਕੱਢ ਕੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਆਪਣੀ ਪ੍ਰਾਇੋਰਟੀਜ਼, ਆਪਣੀ ਜਾਣਕਾਰੀ ਸਾਂਝੀ ਕੀਤੀ। ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਗੁੱਡ ਲੱਕ। ਥੈਂਕ ਯੂ ਵੈਰੀ ਮਚ ਜਸਲੀਨ ਜੀ। ਤੇ ਮੈਂ ਅੰਤ ਵਿੱਚ ਇਹ ਕਹਾਂਗੀ ਕਿ ਮੇਰੀ ਸਾਰੀ ਕਮਿਊਨਿਟੀ ਨੂੰ ਅਪੀਲ ਹੈਗੀ ਹੈ। ਵੈਸੇ ਇਸ ਵਕਤ ਜਿੱਦਣ ਦੀ ਮੈਂ ਖੜੀ ਹੋਈ ਹਾਂ, ਸਾਰਿਆਂ ਦੇ ਵਿੱਚ ਮੈਂ ਬਹੁਤ ਐਕਸਾਈਟਮੈਂਟ ਦੇਖੀ ਹੈ ਕਮਿਊਨਿਟੀ ਦੇ ਵਿੱਚ ਵੀ, ਕਿ ਮੈਂ ਉਹਨਾਂ ਨੂੰ ਵੀ ਚਾਹੀਦਾ ਕਿ ਇੱਕ ਮੇਰੇ ਵਰਗਾ ਇੱਕ ਲੀਡਰ ਅੱਗੇ ਆਵੇ। ਔਰ ਮੈਂ ਸਾਰਿਆਂ ਨੂੰ ਉਮੀਦ ਦਿਵਾਉਂਦੀ ਹਾਂ ਕਿ ਜੇ ਮੈਂ ਇਸ ਵਾਰੀ ਜਿੱਤ ਕੇ ਜਾਂਦੀ ਹਾਂ ਪਾਰਲੀਮੈਂਟ ਦੇ ਵਿੱਚ, ਤੁਹਾਡੀ ਵੌਇਸ ਬਣ ਕੇ ਜਾਵਾਂਗੀ, ਤੇ ਤੁਹਾਨੂੰ ਹਮੇਸ਼ਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਮੈਂ ਜੁੜ ਕੇ ਰਵਾਂਗੀ। ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜਸਲੀਨ ਤੁਹਾਡਾ। ਸੋ ਤੁਹਾਡਾ ਉਮੀਦਵਾਰ ਸੀਰੀਜ਼ ਦੇ ਵਿੱਚ ਅੱਜ ਅਸੀਂ ਗੱਲਬਾਤ ਕੀਤੀ ਈਟੋਬੀਕੋ ਨਾਰਥ ਰਾਈਡਿੰਗ ਤੋਂ ਕੰਜ਼ਰਵੇਟਿਵ ਉਮੀਦਵਾਰ ਪ੍ਰੀਤੀ ਲਾਂਬਾ ਜੀ ਦੇ ਨਾਲ। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@pdcnetwork.com ਤੇ। ਮਿਲਾਂਗੇ ਕੱਲ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PDC ਨਿਊਜ਼ ਦੇ ਨਾਲ।